ਇੱਕ ਪਾਸੇ ਤਾਂ ਪੰਜਾਬ ਦਾ ਕਲੇਮ ਇਹ ਹੈ ਕਿ ਭਾਈ ਜਿਹੜਾ ਸਾਡਾ ਪਾਣੀ ਮੁਫਤੋਂ ਮੁਫਤੀ ਰਾਜਸਥਾਨ ਨੂੰ ਜਾ ਰਿਹਾ, ਅੱਧਿਓਂ ਜ਼ਿਆਦਾ ਹਰਿਆਣੇ ਨੂੰ ਦਿੱਤਾ ਜਾ ਰਿਹਾ, ਇਹਦੇ ਤੇ ਇਹਨਾਂ ਦਾ ਕੋਈ ਰਾਈਟ ਨਹੀਂ ਹੈ, ਰਾਈਪੇਰੀਅਨ ਨਹੀਂ ਹੈਗੇ, ਉਹਦੀ ਕੀਮਤ ਅਦਾ ਕਰੋ। ਪਰ ਦੂਸਰੇ ਪਾਸੇ ਕਿਉਂਕਿ ਇਹ ਮੂਰਖਾਂ ਦੇ ਟੋਲੇ ਨੂੰ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇੰਟਰਨੈਸ਼ਨਲ ਟ੍ਰੀਟੀਜ਼ ਕੀ ਹੁੰਦੀਆਂ ਨੇ ਜਾਂ ਇਵੇਂ ਪਾਣੀ ਡਾਈਵਰਟ ਨਹੀਂ ਹੁੰਦਾ, ਉਹਦੇ ਐਨਵਾਇਰਨਮੈਂਟਲ ਹੈਜ਼ਰਡ ਕੀ ਹੋਣਗੇ। ਪਾਕਿਸਤਾਨ ਤਾਂ ਐਟ ਵਾਰ ਜਾਏਗਾ, ਪਾਣੀ ਤਾਂ ਲਾਈਫ ਲਾਈਨ ਹੈ ਉਹਦੀ। ਔਰ ਇਹ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ ਇਹ ਜਬਲੀ ਮਾਰੀ ਕਿ ਜੀ ਅਸੀਂ ਕਿਉਂਕਿ ਹੁਣ ਤੁਸੀਂ ਕਿਉਂਕਿ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹਨੂੰ ਸਸਪੈਂਡ ਕਰ ਹੀ ਦਿੱਤਾ ਹੈ, ਤੇ ਹੁਣ ਤੁਸੀਂ ਇਵੇਂ ਕਰੋ ਕਿ ਜਿਹੜਾ ਚਨਾਹ ਦੇ ਵਿੱਚ 23 ਮਿਲੀਅਨ ਏਕੜ ਫੁੱਟ ਪਾਣੀ ਹੈ ਚਨਾਹ ਦਰਿਆ ਦਾ, ਉਹਨੂੰ ਡਾਈਵਰਟ ਕਰੋ। ਪੰਜਾਬ ਦਾ ਰਣਜੀਤ ਸਾਗਰ ਡੈਮ ਹੈ ਔਰ ਦੂਸਰੇ ਡੈਮ ਨੇ, ਉਹਨਾਂ ਦੇ ਵਿੱਚ ਲਿਆਓ, ਉਹਦੇ ਚੋਂ ਅਸੀਂ ਹਰਿਆਣੇ ਨੂੰ ਵੀ ਦਿਆਂਗੇ, ਰਾਜਸਥਾਨ ਨੂੰ ਵੀ ਦਿਆਂਗੇ, ਮੱਧ ਪ੍ਰਦੇਸ਼ ਨੂੰ ਵੀ ਦਿਆਂਗੇ। ਦਿੱਲੀ ਦੇ ਜਿਹੜਾ ਮਿਨਿਸਟਰ ਹੈ ਉਹਨੇ ਵੀ ਕਿਹਾ ਦਾ ਸੈਂਟਰ ਟੁਕ ਨੋਟ ਆਫ ਮਾਨਸ ਪ੍ਰਪੋਜ਼ਲ ਐਂਡ ਸਕੈਜੂਲਡ ਅ ਫਾਲੋ ਅਪ ਮੀਟਿੰਗ ਔਨ August 5th ਟੂ ਟੇਕ ਕਾਲ ਔਨ ਦਾ ਇਸ਼ੂ ਵਿਚ ਵਿਲ ਬੀ ਕਨਵੇਡ ਟੂ ਸੁਪਰੀਮ ਕੋਰਟ। ਹੁਣ ਇਹਨਾਂ ਇਸ ਮੂਰਖ ਦੇ ਪੁੱਤਰ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਇਹ ਉਹੀ ਗੱਲ। ਔਰ ਜਿਵੇਂ ਅਸੀਂ ਜਦੋਂ 47 ਦੌਰ ਦੀ ਗੱਲ ਕਰਦੇ ਹਾਂ, ਪਾਕਿਸਤਾਨ ਬਣ ਰਿਹਾ ਸੀ, ਅੰਗਰੇਜ਼ ਦੇ ਰਹੇ ਸੀ, ਸਿੱਖਾਂ ਨੂੰ ਵੀ ਉਹਨਾਂ ਦੀ ਆਫਰ ਸੀ, ਤੇ ਸਾਨੂੰ ਉਹਨਾਂ ਨੇ ਖੜੇ ਕਰ ਦਿੱਤਾ ਮਾਸਟਰ ਤਾਰਾ ਸਿੰਘ ਔਰ ਦੂਸਰਿਆਂ ਨੂੰ ਕਿ ਜੀ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ। ਹੁਣ ਹਾਲਾਤ ਇਹ ਨੇ ਵੀ ਨਾ ਉਹ ਸਸਪੈਂਡ ਕਰ ਸਕਦੇ ਨੇ, ਨਾ ਉਹ ਜਿਹੜਾ ਪਾਣੀ ਕੋਈ ਡਾਇਵਰਟ ਕਰਨ ਦੀ ਹਿੰਮਤ ਹੈ। ਇਹ ਤਾਂ ਜਿਹੜੀ ਹੈ ਨਿਊਕਲੀਅਰ ਜੰਗ ਹੋਏਗੀ। ਇਹ ਮੂਰਖ ਬੰਦਾ ਜਿਹਦੇ ਸਿਰ ਤੇ ਜਾਲੀ ਪੱਗ ਬੰਨਣ ਲਈ ਔਰ ਬਦਮਾਸ਼ ਸ਼ਰਾਬੀ ਕਿਸਮ ਦਾ ਇਸ ਦਾ ਬਦ ਇਖਲਾਕ ਬਦ ਕਿਰਦਾਰ ਆਦਮੀ ਹੈ। ਪਰ ਹੁਣ ਇਸ ਮੁੱਦੇ ਦੇ ਉੱਤੇ ਜੇ ਤੁਸੀਂ ਦੇਖੋ ਕਿ ਕੋਈ ਇਸ ਪੱਗ ਵਾਲੇ ਨੂੰ ਇਹ ਕਹੇ ਜੀ ਇਹ ਐਡਵੋਕੇਸੀ ਕਰ ਰਿਹਾ ਹੈ ਵੀ ਪਾਕਿਸਤਾਨ ਦਾ ਪਾਣੀ ਬਿਲਕੁਲ ਰੋਕ ਦਿਓ ਔਰ ਚਨਾਹ ਦਾ ਪਾਣੀ ਹੋਏ, ਤੇ ਇਹ ਉਹੀ ਸਿਚੁਏਸ਼ਨ ਹੈ ਜਿਹੜੀ ਜਿਸ ਕਿਸਮ ਦੀ ਸਿਚੁਏਸ਼ਨ ਉਸ ਪੀਰੀਅਡ 'ਚ ਪੱਗ ਵਾਲੇ ਨੂੰ ਅੱਗੇ ਕਰਕੇ ਇਹਨਾਂ ਨੇ ਕੀਤੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਵੈਸੇ ਹਰ ਕੌਮ ਵਿੱਚ ਮੂਰਖਾਂ ਅਤੇ ਮਹਾਮੂਰਖਾਂ ਦੀ ਕਮੀ ਨਹੀਂ ਹੈ, ਪਰ ਪੰਜਾਬੀ ਕੌਮ ਹੁਣ ਬਾਰ-ਬਾਰ ਮੱਥੇ ਨੂੰ ਹੱਥ ਮਾਰ ਰਹੀ ਹੈ ਕਿ ਉਹਨਾਂ ਨੇ ਪੰਜਾਬ ਨੂੰ ਭਗਵੰਤ ਮਾਨ ਵਰਗੇ ਬਲੱਡੀ ਫੂਲ ਦੇ ਹਵਾਲੇ ਕਿਉਂ ਕਰ ਦਿੱਤਾ। SYL ਕਨਾਲ ਦੇ ਮੁੱਦੇ ਤੇ ਹੋਈ ਇੱਕ ਮੀਟਿੰਗ ਵਿੱਚ ਜਿਸ ਨੂੰ ਕੇਂਦਰ ਸਰਕਾਰ ਨੇ ਸੱਦਿਆ, ਭਗਵੰਤ ਮਾਨ ਨੇ ਕਿਹਾ ਕਿਉਂਕਿ ਹੁਣ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰ ਦਿੱਤੀ ਹੈ ਔਰ ਇਸ ਲਈ ਚਨਾਬ ਦਰਿਆ ਦੇ ਪਾਣੀ ਨੂੰ SYL ਨਹਿਰ ਵਿੱਚ ਪਾਇਆ ਜਾਵੇ। ਸੋ ਇਸ ਤੋਂ ਵੱਡੀ ਮੂਰਖਤਾ ਭਰੀ ਗੱਲ ਕੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਇੱਕ ਕਹਾਣੀ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਟਾਈਗਰ ਤੇ ਇੱਕ ਗਧੇ ਦੇ ਵਿਚਾਲੇ ਬਹਿਸ ਹੋ ਗਈ। ਗਧਾ ਕਹੇ ਵੀ ਘਾਹ ਦਾ ਰੰਗ ਨੀਲਾ ਹੁੰਦਾ ਤੇ ਉਹ ਕਹੇ ਲਾਇਨ ਜਾਂ ਟਾਈਗਰ, ਇਹ ਦੋ ਚੀਜ਼ਾਂ ਅੱਡ ਅੱਡ ਨੇ ਕਿਉਂਕਿ ਜਿਹੜਾ ਜੰਗਲ ਦਾ ਰਾਜਾ ਉਹਨੂੰ ਲਾਇਨ ਕਿਹਾ ਜਾਂਦਾ ਹੈ ਤੇ ਜਿਹੜਾ ਸਮਾਲ ਹੈ ਉਹ ਟਾਈਗਰ ਹੈ। ਤੇ ਟਾਈਗਰ ਕਹਿੰਦਾ ਵੀ ਬਿਲਕੁਲ ਗਲਤ ਹੈ, ਇਹ ਤਾਂ ਹਰਾ ਹੁੰਦਾ। ਔਰ ਦੋਨੋਂ ਜਿਹੜੇ ਨੇ ਉਹ ਆਪਣਾ ਕੇਸ ਲੈ ਕੇ ਟਾਈਗਰ ਔਰ ਗਧਾ ਜਿਹੜੇ ਨੇ ਲਾਇਨ ਦੇ ਕੋਲ ਪਹੁੰਚ ਗਏ, ਜੰਗਲ ਦੇ ਰਾਜੇ ਕੋਲ। ਗਧੇ ਨੇ ਬੜਾ ਕੌਨਫੀਡੈਂਸ ਦੇ ਨਾਲ ਕਿਹਾ, ਰਾਜਾਨ ਰਾਜ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਘਾਹ ਦਾ ਰੰਗ ਨੀਲਾ ਹੁੰਦਾ, ਪਰ ਇਹ ਬਾਰ-ਬਾਰ ਜਿਹੜਾ ਉਸ ਨੂੰ ਕਹਿ ਰਿਹਾ। ਔਰ ਲਾਇਨ ਨੇ ਕਿਹਾ ਵੀ ਬਿਲਕੁਲ ਜਨਾਬ ਗਧਾ ਜੀ ਠੀਕ ਫਰਮਾ ਰਿਹਾ ਹੈ, ਇਹ ਜਿਹੜਾ ਰੰਗ ਨੀਲਾ ਹੁੰਦਾ ਹੈ ਘਾਹ ਦਾ। ਔਰ ਉਹਨਾਂ ਨੇ ਕਿਹਾ ਵੀ ਇਹ ਟਾਈਗਰ ਨੂੰ ਇਹ ਸਜ਼ਾ ਕਿ 2 ਸਾਲ ਇਹਨੇ ਹੁਣ ਮੂੰਹ ਨਹੀਂ ਖੋਲਣਾ, ਕਿਸੇ ਨਾਲ ਬੋਲਣਾ ਨਹੀਂ ਹੈ, ਬਿਲਕੁਲ ਚੁੱਪ ਰਹਿਣਾ। ਔਰ ਗਧਾ ਜਿਹੜਾ ਉਹ ਦੁਲੱਤੀਆਂ ਮਾਰਦਾ ਹਵਾ ਦੇ ਵਿੱਚ ਚਲਾ ਗਿਆ ਵੀ ਜਿੱਤ ਗਏ ਜਿੱਤ ਗਏ ਜਿੱਤ ਗਏ। ਹੁਣ ਉਹ ਵਿਚਾਰਾ ਜਿਹੜਾ ਟਾਈਗਰ ਹੈ ਉਹ ਖੜਾ ਤੇ ਉਹ ਜਦੋਂ ਚਲਾ ਗਿਆ ਗਧਾ ਉਹਨੂੰ ਕਹਿੰਦਾ ਜਨਾਬ ਇਹ ਤੁਸੀਂ ਬਹੁਤ ਬੇਇਨਸਾਫੀ ਕੀਤੀ। ਉਹ ਕਹਿੰਦੇ ਵੀ ਕਿਵੇਂ? ਕਹਿੰਦੇ ਤੁਹਾਨੂੰ ਵੀ ਪਤਾ ਹੈ ਵੀ ਘਾਹ ਦਾ ਰੰਗ ਹਰਾ ਹੁੰਦਾ ਤੇ ਤੁਸੀਂ ਫੈਸਲਾ ਉਹਦੇ ਹੱਕ 'ਚ ਸੁਣਾਇਆ। ਕਹਿੰਦਾ ਵੀ ਮੈਂ ਇਸ ਲਈ ਤੈਨੂੰ ਸਜ਼ਾ ਨਹੀਂ ਦਿੱਤੀ ਕਿ ਘਾਹ ਦਾ ਰੰਗ, ਕਿ ਮੈਂ ਤਾਂ ਤੈਨੂੰ ਇਸ ਲਈ ਦਿੱਤੀ ਵੀ ਤੂੰ ਗਧੇ ਨਾਲ ਬਹਿਸ ਕੀਤੀ। ਤੈਨੂੰ ਵੀ ਪਤਾ ਹੈ ਵੀ ਉਹ ਕੀ ਹੈ। ਕਹਿੰਦਾ ਤੂੰ ਬਹਿਸ ਕੀਤੀ, ਫਿਰ ਕਹਿੰਦਾ ਕੇਸ ਤੂੰ ਮੇਰੇ ਕੋਲ ਲੈ ਕੇ ਆ ਗਿਆ ਵੀ ਮੇਰਾ ਵੀ ਟਾਈਮ ਔਰ ਚੈਨ ਖਰਾਬ ਕੀਤਾ, ਇਹ ਸਜ਼ਾ ਤੈਨੂੰ ਇਸ ਗੱਲ ਦੀ ਦਿੱਤੀ। ਸੋ ਮੈਂ ਇਹ ਦੇਖਦਾ ਔਰ ਇਹ ਹਾਲਾਂ ਸਾਡੇ ਮਿੱਤਰ ਨੇ ਰਣਜੀਤ ਸਿੰਘ ਮਾਨ ਟੋਰਾਂਟੋ 'ਚ
ਹੁਣ ਅੱਜ ਕੱਲ੍ਹ ਉਹ ਹਿਊਸਟਨ ਵੀ ਹੁੰਦੇ ਨੇ ਟਾਈਮ ਲਈ, ਇਹ ਟਰਮ ਤਾਂ ਉਹਨਾਂ ਦੀ ਹੈ। ਉਹ ਇੱਕ ਵਾਰੀ ਕਹਿਣ ਲੱਗੇ, ਉਦੋਂ ਚੱਲ ਰਿਹਾ ਸੀ ਕਿ ਪੋਲੀਟੀਕਲੀ ਵੀ ਅਸੀਂ ਇੱਕ ਤੋਂ ਬਾਅਦ ਇੱਕ ਕੀ ਗੁਸਤਾਖੀਆਂ ਕਰ ਰਹੇ ਹਾਂ, ਕੀ ਕਰ ਰਹੇ ਹਾਂ। ਉਹ ਮੈਨੂੰ ਕਹਿੰਦਾ ਕਿ ਜੀ ਜੇ ਰੱਬ ਇਹ ਫੈਸਲਾ ਕਰਦਾ ਹੈ ਕਿ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਨੇ, ਤੇ ਕਹਿੰਦੇ ਆਪਣੇ 'ਚ 12 ਸਿੰਘੇ ਬੜੇ ਜੰਮਣੇ ਸੀ, ਵੀ ਇੱਕ ਅੱਧੇ ਸਿੰਘ ਨਾਲ ਸਰਨਾ ਨਹੀਂ ਸੀ। ਉਸ ਤੋਂ ਬਾਅਦ ਅਸੀਂ ਜਿਹੜਾ ਮੂਰਖ ਆ ਉਹਦੇ ਲਈ ਟਰਮ ਹੀ 12 ਸਿੰਘਾਂ ਰੱਖ ਦਿੱਤੀ, ਜਿਹਨੂੰ ਕਹਿਣਾ ਹੈ ਕਿ ਵੀ ਉਹ ਇਸ ਪਾਰਟ ਨੂੰ। ਸੋ ਮੈਂ ਇਹ ਦੇਖਦਾ ਕਿ ਵੀ ਅਸੀਂ ਤਾਂ 47 ਦੌਰ ਦੀ ਲੀਡਰਸ਼ਿਪ ਨੂੰ ਕੋਸਦੇ ਹਾਂ। ਅੱਜ ਕੀ ਹੈ, ਆਪਸ 'ਚ ਅਸੀਂ ਕਿਉਂ ਨਹੀਂ ਜਿਹੜਾ ਉਹ ਕੋਆਰਡੀਨੇਟ ਕਰ ਸਕਦੇ ਇਸ਼ੂਜ਼ ਨੂੰ। ਤੇ ਅੱਜ ਜਦੋਂ ਮੈਂ ਸਟੇਟਮੈਂਟ ਦੇਖੀ, ਮੈਂ ਕਿਹਾ ਵੀ ਜੇ ਅਸਲੀ 12 ਸਿੰਘਾ ਕਿਸੇ ਮਾਂ ਨੇ ਜੰਮਿਆ ਤੇ ਉਹ ਭਗਵੰਤ ਮਾਨ ਹੀ ਹੈ, ਪੰਜਾਬ ਦਾ ਚੀਫ ਮਿਨਿਸਟਰ। ਹੁਣ SYL ਕਨਾਲ, ਉਸ ਤੋਂ ਪਹਿਲਾਂ ਅਸੀਂ ਪਾਣੀ ਦੇ ਇਸ਼ੂ ਦੀ ਬਰੀਫ 'ਚ ਜੇ ਗੱਲ ਕਰੀਏ, ਇੰਟਰਨੈਸ਼ਨਲ ਲਾਅ ਜਿਹੜਾ ਹੈ ਉਹ ਰਾਈਪੇਰੀਅਨ ਸਿਧਾਂਤ ਦੇ ਉੱਤੇ ਖੜਾ ਹੈ। ਰਾਈਪੇਰੀਅਨ ਲਫ਼ਜ਼ ਅੰਗਰੇਜ਼ੀ ਦਾ, ਜਿਹਦਾ ਮਤਲਬ ਹੈ ਦਰਿਆ ਦਾ ਕੰਢਾ। ਔਰ ਇਹਦਾ ਜਨਰਲ ਕਾਨਸੈਪਟ ਇਹ ਹੈ ਵੀ ਕਿਉਂਕਿ ਜਦੋਂ ਦਰਿਆਵਾਂ ਦੇ ਵਿੱਚ ਹੜ੍ਹ ਆਉਂਦੇ ਨੇ ਤੇ ਜਿਹੜੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕ ਨੇ ਉਹੀ ਸਫ਼ਰ ਕਰਦੇ ਨੇ, ਇਸ ਲਈ ਦਰਿਆਈ ਪਾਣੀਆਂ ਦੇ ਉੱਤੇ ਪਹਿਲਾ ਔਰ ਅਖੀਰਲਾ ਹੱਕ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਉਹਦੇ ਕੰਢੇ ਵਸਦੇ ਨੇ। ਔਰ ਇਹਨੂੰ ਹੀ ਰਾਈਪੇਰੀਅਨ ਲਾਅ ਕਿਹਾ ਜਾਂਦਾ, ਇੰਟਰਨੈਸ਼ਨਲ ਰਾਈਪੇਰੀਅਨ ਲਾਅ। ਹਾਂ, ਇਹਦੇ 'ਚ ਜ਼ਰੂਰ ਹੋਇਆ ਕਿ ਵੀ ਜੇ ਦਰਿਆ ਇੱਕ ਮੁਲਕ 'ਚੋਂ ਨਿਕਲ ਕੇ ਦੂਜੇ 'ਚ ਐਂਟਰ ਕਰਦਾ, ਦੂਜੇ 'ਚੋਂ ਤੀਜੇ 'ਚ ਕਰਦਾ, ਫਿਰ ਉਹ ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਉਹਦੇ 'ਚ ਅਪਰ ਵਾਲਿਆਂ ਨੂੰ ਇਹ ਹੱਕ ਨਹੀਂ ਹੈ ਕਿ ਵੀ ਉਹਨੂੰ ਰੋਕ ਲੈਣ, ਕਿਉਂਕਿ ਜੇ ਉਹਦੀ ਜ਼ਦ ਦੇ ਵਿੱਚ ਦੂਜੇ ਮੁਲਕ ਆਉਂਦੇ ਨੇ ਜਿੱਥੋਂ ਕਿ ਦਰਿਆ ਗੁਜ਼ਰਦਾ ਹੈ, ਫਿਰ ਉਹਨਾਂ ਦਾ ਵੀ ਹੱਕ ਹੈ। ਇਸੇ ਹੀ ਪ੍ਰਿੰਸੀਪਲ ਨੂੰ ਦੁਨੀਆ ਦੇ ਵਿੱਚ ਵਾਟਰ ਆਰਬਿਟਰੇਸ਼ਨ ਦੇ ਲਈ, ਜਾਂ ਜਿਹੜੇ ਮੁਲਕਾਂ ਦੇ ਵਿਚਾਲੇ, ਜੇ ਨੀਲ ਦਰਿਆ ਦੀ ਗੱਲ ਹੈ ਜਾਂ ਟਰਕੀ 'ਚੋਂ ਨਿਕਲਣ ਵਾਲੇ, ਜਾਂ ਉਹਦੇ 'ਚ ਕੋਈ ਵੀ ਜਿਹੜਾ ਅਪਰ ਉਹਨੂੰ ਰੋਕ ਨਹੀਂ ਸਕਦਾ ਪਾਣੀ ਨੂੰ, ਉਹ ਲੋਅਰ ਦੇ ਰਾਈਟ ਨੇ। ਇੰਡੀਅਨ ਕਨਸਟੀਟਿਊਸ਼ਨ ਨੇ ਵੀ ਇਸ ਹੱਕ ਨੂੰ ਮੰਨਿਆ। ਔਰ ਇਹਦੇ ਥੱਲੇ ਹੁਣ ਗੱਲ ਅਸੀਂ ਪੰਜਾਬ ਦੇ ਦਰਿਆਵਾਂ ਦੀ ਕਰੀਏ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ, ਇਹ ਸਾਡੇ 5 ਦਰਿਆ, ਔਰ ਇੰਡਸ ਉਹਦੇ ਨਾਲ ਜੋੜ ਕੇ ਭਾਰਤ ਨੇ ਉਹੀ ਕੋਸ਼ਿਸ਼ ਕੀਤੀ 47 ਤੋਂ ਫੌਰਨ ਬਾਅਦ ਕਿ ਉਹਨਾਂ ਨੇ, ਕਿਉਂਕਿ ਸਤਲੁਜ ਦੇ ਹੈਡਵਰਕਸ ਫਿਰੋਜ਼ਪੁਰ 'ਚ ਨੇ, ਰਾਵੀ ਦੇ ਮਾਧੋਪੁਰ 'ਚ ਨੇ, ਔਰ ਵਾਸਟ ਨਹਿਰੀ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਕ੍ਰੀਏਟ ਕੀਤਾ ਲਹਿੰਦੇ ਪੰਜਾਬ ਦੇ ਵਿੱਚ, ਇੰਡੀਆ ਨੇ ਵਾਟਰ ਦੀ ਚੋਕਿੰਗ ਕਰਨ ਦੇ ਲਈ ਉਹ ਹੈਡਵਰਕਸ ਨੂੰ ਕੀਤਾ। ਜੰਗ ਦੇ ਹਾਲਾਤ ਬਣੇ, ਫੌਜ ਆ ਗਈ, ਪਾਕਿਸਤਾਨ ਰਾਮੋ, ਇਹ ਕਸ਼ਮੀਰ ਤੋਂ ਵੀ ਪਹਿਲਾਂ ਦੀ ਗੱਲ ਹੈ। ਔਰ ਉਸ ਦੇ ਵਿੱਚ ਵਰਲਡ ਬੈਂਕ ਕੁੱਦਿਆ, ਵਰਲਡ ਬੈਂਕ ਜ਼ਾਹਰ ਹੈ ਅਮਰੀਕਾ ਦਾ ਕੁੱਦਣਾ ਹੀ ਸੀ, ਔਰ ਉਹ ਉਦੋਂ ਤੱਕ ਖੋਲ੍ਹ ਦਿੱਤੇ ਉਹਨਾਂ ਨੇ। ਫਿਰ ਲੰਬੀ ਨੈਗੋਸ਼ੀਏਸ਼ਨ ਹੋਈ, ਜਿਹਦੇ 'ਚੋਂ ਇੰਡਸ ਵਾਟਰ ਟਰੀਟੀ ਜਿਹੜੀ ਹੈ ਨਿਕਲੀ 1960 ਦੇ ਵਿੱਚ। ਔਰ ਉਦੋਂ ਪਾਕਿਸਤਾਨ ਦੀ ਕੈਪੀਟਲ ਕਰਾਚੀ ਸੀ। ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਫਲਾਈ ਕਰਕੇ ਕਰਾਚੀ ਗਿਆ, ਉੱਥੇ ਇਸ ਦੇ ਉੱਤੇ ਦਸਤਖਤ ਹੋਏ ਇੰਡਸ ਵਾਟਰ ਟਰੀਟੀ ਤੇ। ਉਹਦੇ ਥੱਲੇ ਸਤਲੁਜ, ਬਿਆਸ, ਰਾਵੀ, ਇਧਰਲੇ ਪੰਜਾਬ ਦੇ 3 ਦਰਿਆ, ਅਪਰ ਤੇ ਲੋਅਰ, ਦੋਨੋਂ ਹੀ ਹੱਕ ਪੰਜਾਬ ਦੇ ਮੰਨੇ ਗਏ, ਕਿਉਂਕਿ ਬਿਆਸ ਤਾਂ ਪਾਕਿਸਤਾਨ 'ਚ ਐਂਟਰ ਨਹੀਂ ਕਰਦਾ। ਬਿਆਸ ਤਾਂ ਸਤਲੁਜ ਦੇ ਨਾਲ ਹਰੀਕੇ ਜਿਸ ਨੂੰ ਕਿਹਾ ਜਾਂਦਾ ਉੱਥੇ ਮਿਲ ਜਾਂਦਾ, ਲੇਕਿਨ ਸਤਲੁਜ ਅੱਗੇ ਫਲੋ ਕਰਦਾ ਪਾਕਿਸਤਾਨ 'ਚੋਂ, ਰਾਵੀ ਵੀ ਫਲੋ ਕਰਦਾ। ਔਰ ਝਨਾਹ, ਜੇਹਲਮ ਤਾਂ ਕਸ਼ਮੀਰ 'ਚੋਂ ਨਿਕਲ ਕੇ ਇੰਡਸ ਵੀ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਹੀ ਜਾਂਦੇ ਨੇ। ਸੋ ਇਹ ਮੰਨਿਆ ਗਿਆ ਕਿ ਸਤਲੁਜ, ਬਿਆਸ, ਰਾਵੀ ਦੇ ਦੋਨੋਂ ਅਪਰ ਤੇ ਲੋਅਰ ਰਾਈਪੇਰੀਅਨ ਰਾਈਟ ਇੱਧਰ ਨੇ, ਝਨਾਹ, ਜੇਹਲਮ ਔਰ ਇੰਡਸ, ਇਸ ਦੇ ਦੋਨੋਂ ਪਾਣੀਆਂ ਦੇ ਉੱਤੇ ਅਪਰ ਵੀ ਲੋਅਰ ਵੀ ਪਾਕਿਸਤਾਨ ਦਾ ਹੱਕ ਹੈ। ਹਾਂ, ਕਿਉਂਕਿ ਝਨਾਹ ਔਰ ਜੇਹਲਮ ਔਰ ਪਾਰਟਲੀ ਕਸ਼ਮੀਰ 'ਚੋਂ ਗੁਜ਼ਰਦੇ ਨੇ, ਭਾਰਤੀ ਕਬਜ਼ੇ ਵਾਲੇ 'ਚੋਂ, ਉਹ ਇਰੀਗੇਸ਼ਨ ਦੇ ਲਈ, ਵਾਟਰ ਜਿਹੜੀ ਹੈ ਇਲੈਕਟ੍ਰਿਸਿਟੀ ਲਈ ਜਾਂ ਦੂਜੇ, ਪਰ ਡੈਮ ਨਹੀਂ ਬਣਾ ਸਕਦੇ। ਔਰ ਇਸ ਸੰਧੀ ਤੋਂ ਬਾਅਦ ਹੀ ਦੋਨਾਂ ਪੰਜਾਬ ਪਾਸਿਓਂ ਜਿਹੜਾ ਭਾਖੜਾ ਡੈਮ ਇੰਡੀਆ ਨੇ ਬਣਾਇਆ ਸਤਲੁਜ ਦੇ ਉੱਤੇ, ਉਹਨੂੰ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਔਰ ਜਿਹੜਾ ਮੰਗਲਾ ਡੈਮ ਪਾਕਿਸਤਾਨ ਨੇ ਬਣਾਇਆ ਜਿਹੜਾ, ਉਸ ਨੂੰ ਵੀ ਜਿਹੜਾ ਉਹ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਹੁਣ ਜਦੋਂ ਇਹ ਪਹਿਲਗਾਮ ਘਟਨਾ 22 ਅਪ੍ਰੈਲ ਦੀ ਹੋਈ, ਉਸ ਤੋਂ ਬਾਅਦ ਇੰਡੀਆ ਨੇ ਕਿਹਾ ਜੀ ਅਸੀਂ ਇਹ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਹਨੂੰ ਸਸਪੈਂਡ ਕਰ ਰਹੇ ਹਾਂ। ਉਸ ਤੋਂ ਪਹਿਲਾਂ 2019 ਦੀਆਂ ਇਲੈਕਸ਼ਨਾਂ ਵੇਲੇ ਅਮਿਤ ਸ਼ਾਹ ਔਰ ਮੋਦੀ ਨੇ ਇਸ ਕਿਸਮ ਦੀਆਂ ਜਬਲੀਆਂ ਆਪਣੀਆਂ ਚੋਣ ਸਭਾਵਾਂ 'ਚ ਮਾਰੀਆਂ ਸੀ ਕਿ ਜੀ ਅਸੀਂ ਇਹਦਾ ਪਾਣੀ ਡਾਈਵਰਟ ਕਰਕੇ ਇੰਨਾ ਪਾਣੀ ਜਿਹੜਾ ਉਹ ਕ੍ਰੀਏਟ ਹੁੰਦਾ ਹੈ, ਇੰਨੇ ਜਿਹੜਾ ਉਹ ਮੈਗਾ ਏਕੜ ਫੀਟ MAF ਨੂੰ ਕਹਿੰਦੇ ਨੇ, ਔਰ ਉਹ ਅਸੀਂ ਡਾਈਵਰਟ ਕਰਕੇ ਇੱਧਰ ਲੈ ਆਵਾਂਗੇ ਦੂਜੇ। ਹੁਣ ਜਦੋਂ ਸਸਪੈਂਸ਼ਨ ਦੀ ਗੱਲ, ਹਾਲਾਂ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਇਸ ਵੇਲੇ ਮਿਸਟਰ ਅਜੇ ਬੰਗਾ,
ਇੱਕ ਸੋਹਣਾ ਲੰਬਾ 6 ਫੁੱਟਾ ਸਿੱਖ ਜਵਾਨ ਹੈ, ਉਹਨੇ ਕਿਹਾ ਵੀ ਇਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਵੀ ਇਹਨੂੰ ਕੋਈ ਸਸਪੈਂਡ ਕਰ। ਤਿੰਨੋਂ ਹੀ ਧਿਰਾਂ ਨੇ ਕੋਈ ਚੀਜ਼ ਰੀਨੈਗੋਸ਼ੀਏਟ ਤਾਂ ਹੋ ਸਕਦੀ ਹੈ ਦੋਨਾਂ ਦੀ ਮਰਜ਼ੀ ਨਾਲ, ਪਰ ਵਨ ਸਾਈਡਡ ਉਹਨੂੰ ਕੋਈ ਵੀ ਜਿਹੜਾ ਨਹੀਂ ਕਰ ਸਕਦਾ। ਹੁਣ ਗੱਲ ਪੰਜਾਬ ਦਾ, ਜਦੋਂ 1966 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬ ਨੂੰ ਇਹਨਾਂ ਨੇ 4 ਹਿੱਸਿਆਂ 'ਚ ਵੰਡਿਆ ਹੈ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਤੇ ਨਾਲ ਦੀ ਨਾਲ ਪਾਣੀਆਂ ਦਾ ਕੰਟਰੋਲ ਸੈਂਟਰ ਨੇ ਆਪਣੇ ਕਨਸਟੀਟਿਊਸ਼ਨ ਨੂੰ ਫਲਾਊਟ ਕਰਕੇ ਆਪਣੇ ਕਬਜ਼ੇ 'ਚ ਕੀਤਾ ਔਰ ਉਹਦੇ 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਇਕੱਲਾ ਇੱਥੇ ਹੀ ਗੱਲ ਨਹੀਂ ਰੁਕੀ, 1981 ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ ਕਪੂਰੀ ਨਾਂ ਦੀ ਥਾਂ ਤੇ ਪਾਣੀ ਦਾ ਟੱਕ ਲਾ ਕੇ ਕਿਹਾ ਕਿ ਜੀ ਇੰਨਾ ਪਾਣੀ ਜਿਹੜਾ ਹੈ ਪੰਜਾਬ ਹਰਿਆਣੇ ਨੂੰ ਦੇਗਾ ਔਰ ਉਹਦੇ ਲਈ ਜਿਹੜਾ ਸਤਲੁਜ ਦਾ ਪਾਣੀ ਯਮੁਨਾ ਦੇ ਵਿੱਚ ਪਾਉਣ ਲਈ, ਹੁਣ ਯਮੁਨਾ ਦਾ ਰਾਈਪੇਰੀਅਨ ਰਾਈਟ ਹਰਿਆਣੇ ਕੋਲ ਹੈ, ਯਮੁਨਾ 'ਚੋਂ ਤਾਂ ਪੰਜਾਬ ਨੂੰ ਕੋਈ ਪਾਣੀ ਨਹੀਂ ਦਿੱਤਾ ਗਿਆ। ਇਹ ਹੋਇਆ ਵੀ ਪੰਜਾਬ ਦਾ ਪਾਣੀ ਉਧਰ ਦਿੱਤਾ ਜਾਏ। ਜ਼ਾਹਰ ਹੈ ਜੁਝਾਰੂ ਲਹਿਰ ਦੇ ਵੇਲੇ 2 ਇੰਜੀਨੀਅਰ ਜਿਹੜੇ ਸਾਰਿਆਂ ਨੂੰ ਪਲਾਨ ਕਰ ਰਹੇ ਸੀ SYL ਕਨਾਲ ਨੂੰ, ਉਹਨਾਂ ਨੂੰ ਸਿੰਘਾਂ ਨੇ ਜਿਹੜਾ ਸਜ਼ਾ ਯਾਫਤਾ ਕੀਤਾ। ਦੂਜਾ ਉਹ SYL ਕਨਾਲ ਦਾ ਰੁਕਿਆ ਹੋਇਆ ਕੰਮ ਕਿ ਜੀ ਪੰਜਾਬ ਦਾ ਪਾਣੀ ਦੀ ਫਰਦਰ ਲੁੱਟ। ਪਹਿਲਾਂ ਹੀ ਜਿਹੜਾ ਪੰਜਾਬ ਦੇ ਦਰਿਆਵਾਂ ਦਾ 16.5 ਮਿਲੀਅਨ ਏਕੜ ਫੁੱਟ ਪਾਣੀ ਹੈ, ਉਹਦੇ 'ਚੋਂ 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਜਾ ਲੈ ਰਿਹਾ, 3.5 ਮਿਲੀਅਨ ਏਕੜ ਫੁੱਟ ਹਰਿਆਣਾ ਲੈ ਰਿਹਾ ਔਰ ਹੁਣ ਐਡੀਸ਼ਨਲ ਪਾਣੀ ਜਿਹੜਾ ਹੈ ਉਹ ਉਹਨੂੰ ਦੇਣਾ ਚਾਹੁੰਦੇ ਨੇ। ਸੁਪਰੀਮ ਕੋਰਟ 'ਚ ਇਹ ਕੰਮ ਫਸਿਆ ਹੋਇਆ ਔਰ ਇਸ ਨੂੰ ਲੈ ਕੇ ਪਿਛਲੇ ਕੱਲ ਜਿਹੜੀ ਹੈ ਯੂਨੀਅਨ ਜਲ ਸ਼ਕਤੀ ਮਿਨਿਸਟਰ ਜਿਹੜਾ ਹੈ ਉਹ CR ਪਾਟਿਲ, ਉਹਨੇ ਜਿਹੜੀ ਵਾਟਰ ਸ਼ੇਅਰਿੰਗ ਇਸ਼ੂ ਦੇ ਉੱਤੇ ਮੀਟਿੰਗ ਸੱਦੀ ਸੀ। ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ, ਹਰਿਆਣੇ ਦਾ ਸੈਣੀ ਔਰ ਰਾਜਸਥਾਨ ਵਾਲਾ ਵੀ ਹੋਏਗਾ ਜਾਂ ਦੂਜਾ। ਹੁਣ ਉਹਦੇ 'ਚ ਜਿਹੜਾ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਦਾ ਕਲੇਮ ਇਹ ਹੈ ਕਿ ਭਾਈ ਜਿਹੜਾ ਸਾਡਾ ਪਾਣੀ ਮੁਫਤੋਂ ਮੁਫਤੀ ਰਾਜਸਥਾਨ ਨੂੰ ਜਾ ਰਿਹਾ, ਅੱਧਿਓਂ ਜ਼ਿਆਦਾ ਹਰਿਆਣੇ ਨੂੰ ਦਿੱਤਾ ਜਾ ਰਿਹਾ, ਇਹਦੇ 'ਤੇ ਇਹਨਾਂ ਦਾ ਕੋਈ ਰਾਈਟ ਨਹੀਂ ਹੈ, ਰਾਈਪੇਰੀਅਨ ਨਹੀਂ ਹੈਗੇ, ਉਹਦੀ ਕੀਮਤ ਅਦਾ ਕਰੋ। ਪਰ ਦੂਸਰੇ ਪਾਸੇ ਕਿਉਂਕਿ ਇਹ ਮੂਰਖਾਂ ਦੇ ਟੋਲੇ ਨੂੰ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇੰਟਰਨੈਸ਼ਨਲ ਟ੍ਰੀਟੀਜ਼ ਕੀ ਹੁੰਦੀਆਂ ਨੇ ਜਾਂ ਇਵੇਂ ਪਾਣੀ ਡਾਈਵਰਟ ਨਹੀਂ ਹੁੰਦਾ, ਉਹਦੇ ਐਨਵਾਇਰਨਮੈਂਟਲ ਹੈਜ਼ਰਡ ਕੀ ਹੋਣਗੇ। ਪਾਕਿਸਤਾਨ ਤਾਂ ਐਟ ਵਾਰ ਜਾਏਗਾ, ਪਾਣੀ ਤਾਂ ਲਾਈਫ ਲਾਈਨ ਹੈ ਉਹਦੀ। ਔਰ ਇਹ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ ਇਹ ਜਬਲੀ ਮਾਰੀ ਕਿ ਜੀ ਅਸੀਂ ਕਿਉਂਕਿ ਹੁਣ ਤੁਸੀਂ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹਨੂੰ ਸਸਪੈਂਡ ਕਰ ਹੀ ਦਿੱਤਾ ਤੇ ਹੁਣ ਤੁਸੀਂ ਇਵੇਂ ਕਰੋ ਕਿ ਜਿਹੜਾ ਚਨਾਹ ਦੇ ਵਿੱਚ 23 ਮਿਲੀਅਨ ਏਕੜ ਫੁੱਟ ਪਾਣੀ ਹੈ ਚਨਾਹ ਦਰਿਆ ਦਾ, ਉਹਨੂੰ ਡਾਈਵਰਟ ਕਰੋ। ਪੰਜਾਬ ਦਾ ਰਣਜੀਤ ਸਾਗਰ ਡੈਮ ਹੈ ਔਰ ਦੂਸਰੇ ਡੈਮ ਨੇ, ਉਹਨਾਂ ਦੇ ਵਿੱਚ ਲਿਆਓ, ਉਹਦੇ 'ਚੋਂ ਅਸੀਂ ਹਰਿਆਣੇ ਨੂੰ ਵੀ ਦਿਆਂਗੇ, ਰਾਜਸਥਾਨ ਨੂੰ ਵੀ ਦਿਆਂਗੇ, ਮੱਧ ਪ੍ਰਦੇਸ਼ ਨੂੰ ਵੀ ਦਿਆਂਗੇ। ਔਰ ਬੱਲੇ ਬੱਲੇ ਕਰਾਤੀ ਜੀ ਉਹਨੇ, ਜੀ ਭਗਵੰਤ ਮਾਨ ਨੇ ਕਿਹਾ ਵੀ ਬਸ ਹੁਣ TT ਸਸਪੈਂਡ ਹੈ। ਇਹ ਇਵੇਂ ਹੀ ਹੈ ਜਿਵੇਂ ਇਹ ਹੈ ਵੀ ਖਡਾਉਣਾ ਚੁੱਕ ਕੇ ਇੱਥੋਂ ਉੱਥੇ ਰੱਖ ਦਿਓ, ਇਸ ਦੇ ਕਨਸੀਕੁਐਂਸਿਸ। ਔਰ ਦਿੱਲੀ ਦੇ ਜਿਹੜਾ ਮਿਨਿਸਟਰ ਹੈ ਉਹਨੇ ਵੀ ਕਿਹਾ ਦਾ ਸੈਂਟਰ ਟੁੱਕ ਨੋਟ ਆਫ ਮਾਨਸ ਪ੍ਰਪੋਜ਼ਲ ਐਂਡ ਸਕੈਜੂਲਡ ਏ ਫੋਲੋ ਅਪ ਮੀਟਿੰਗ ਔਨ August 5th to take call on the issue which will be conveyed to Supreme Court। ਕਿਉਂਕਿ ਸੁਪਰੀਮ ਕੋਰਟ ਕਹਿ ਰਿਹਾ ਵੀ ਬਣਾਓ SYL ਕੈਨਾਲ ਨੂੰ, ਮਾਨ ਕਹਿ ਰਿਹਾ ਹੈ ਚਨਾਹ ਦਾ ਪਾਣੀ ਹੈਗਾ ਹੀ ਹੈ, ਉਹਨੂੰ ਤੁਸੀਂ ਲਿਆਓ ਇੱਧਰ, ਇਹਨੂੰ ਅਸੀਂ ਰੱਜ ਕੇ ਅਸੀਂ ਮੱਧ ਪ੍ਰਦੇਸ਼ ਨੂੰ ਵੀ ਦੇ ਦਿਆਂਗੇ। ਹੁਣ ਇਸ ਮੂਰਖ ਦੇ ਪੁੱਤਰ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਇਹ ਉਹੀ ਗੱਲ। ਔਰ ਜਿਵੇਂ ਅਸੀਂ ਜਦੋਂ 47 ਦੌਰ ਦੀ ਗੱਲ ਕਰਦੇ ਹਾਂ, ਪਾਕਿਸਤਾਨ ਬਣ ਰਿਹਾ ਸੀ, ਅੰਗਰੇਜ਼ ਦੇ ਰਹੇ ਸੀ, ਸਿੱਖਾਂ ਨੂੰ ਵੀ ਉਹਨਾਂ ਦੀ ਆਫਰ ਸੀ ਤੇ ਸਾਨੂੰ ਉਹਨਾਂ ਨੇ ਖੜੇ ਕਰ ਦਿੱਤਾ ਮਾਸਟਰ ਤਾਰਾ ਸਿੰਘ ਔਰ ਦੂਸਰਿਆਂ ਨੂੰ ਕਿ ਜੀ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ। ਹੁਣ ਹਾਲਾਤ ਇਹ ਨੇ ਵੀ ਨਾ ਉਹ ਸਸਪੈਂਡ ਕਰ ਸਕਦੇ ਨੇ, ਨਾ ਉਹ ਜਿਹੜਾ ਪਾਣੀ ਕੋਈ ਡਾਇਵਰਟ ਕਰਨ ਦੀ ਹਿੰਮਤ ਹੈ। ਇਹ ਤਾਂ ਜਿਹੜੀ ਹੈ ਨਿਊਕਲੀਅਰ ਜੰਗ ਹੋਏਗੀ। ਪਰ ਇਹ ਮੂਰਖ ਬੰਦਾ ਜਿਹਦੇ ਸਿਰ ਤੇ ਜਾਲੀ ਪੱਗ ਬੰਨਣ ਲਈ ਰੋਜ਼ ਬੰਦਾ, ਇਹਦੇ ਸਿਰ ਤੇ ਵਾਲ ਵੀ ਨਹੀਂ ਨੇ, ਕਾਮਰੇਡ ਦਾ ਮੁੰਡਾ ਹੈ ਔਰ ਬਦਮਾਸ਼ ਸ਼ਰਾਬੀ ਕਿਸਮ ਦਾ, ਇਸ ਦਾ ਬਦ ਇਖਲਾਕ ਬਦ ਕਿਰਦਾਰ ਆਦਮੀ ਹੈ। ਪਰ ਹੁਣ ਇਸ ਮੁੱਦੇ ਦੇ ਉੱਤੇ ਜੇ ਤੁਸੀਂ ਦੇਖੋ ਕਿ ਕੋਈ ਇਸ ਪੱਗ ਵਾਲੇ ਨੂੰ ਇਹ ਕਹੇ ਜੀ ਇਹ ਐਡਵੋਕੇਸੀ ਕਰ ਰਿਹਾ ਹੈ ਵੀ ਪਾਕਿਸਤਾਨ ਦਾ ਪਾਣੀ ਬਿਲਕੁਲ ਰੋਕ ਦਿਓ ਔਰ ਚਨਾਹ ਦਾ ਪਾਣੀ ਹੋਏ, ਤੇ ਇਹ ਉਹੀ ਸਿਚੁਏਸ਼ਨ ਹੈ ਜਿਹੜੀ ਜਿਸ ਕਿਸਮ ਦੀ ਸਿਚੁਏਸ਼ਨ ਉਸ ਪੀਰੀਅਡ 'ਚ ਪੱਗ ਵਾਲੇ ਨੂੰ ਅੱਗੇ ਕਰਕੇ ਇਹਨਾਂ ਨੇ ਕੀਤੀ। ਔਰ ਜੇ ਸੈਂਟਰ ਕਹਿ ਰਿਹਾ ਜੀ ਦੇਖੋ ਇਸ ਦਲੀਲ 'ਚ ਵਜਨ ਹੈ, ਅਸੀਂ ਸੁਪਰੀਮ ਕੋਰਟ ਨੂੰ ਇਹ ਕਵਾਂਗੇ ਕਿ ਜੇ ਅਸੀਂ ਚਨਾਹ ਦਾ ਪਾਣੀ ਡਾਈਵਰਟ ਕਰਨਾ, ਇਸ ਤੋਂ ਵੱਧ ਕੇ ਹੋਰ ਵੱਡੀ ਬੇਈਮਾਨੀ ਕੀ ਹੋ ਸਕਦੀ। ਜੀ ਰਾਣਾ ਸਾਹਿਬ, ਬਿਲਕੁਲ। ਸੋ ਥਲਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।